ਬਿਸਮਿल्लाहिर्रहमानिर्रहीम नाज़रीन अस्सलाम वालेकुम। ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੇ ਵਿੱਚ ਅੱਜ ਅਸੀਂ ਖਬਰਾਂ ਦੇ ਨਾਲ ਤਜਜ਼ੀਆ ਕਰਾਂਗੇ। ਦੋ ਤਿੰਨ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲੇ ਤੇ ਇੰਸਦਾਦੇ ਦਹਿਸ਼ਤਗਰਦੀ ਤਰਮੀਮੀ ਬਿੱਲ ਜਿਹੜਾ ਵੇ ਉਹ ਮਨਜ਼ੂਰ ਕਰ ਲਿੱਤਾ ਗਿਆ ਹੈ। ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰਖਨਾ ਪਾਇਆ ਗਿਆ ਹੈ ਕਿ ਹੁਣ ਕਿਸੇ ਨੂੰ ਵੀ ਚੁੱਕ ਲਿੱਤਾ ਜਾਏਗਾ ਤੇ ਤੁੰਨ ਦਿੱਤਾ ਜਾਏਗਾ। ਮਸ਼ਕੂਕ ਸ਼ਖਸ ਜਿਹੜਾ ਹੈ 6 ਮਹੀਨੇ ਤੱਕ ਉਹਨੂੰ ਜਿਹੜਾ ਨਾ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਤੇ ਕਾਨੂੰਨ ਦਾ ਜਿਹੜਾ ਇਤਲਾਕ ਹੈ ਉਹ 3 ਸਾਲ ਤੱਕ ਹੋਏਗਾ। ਤੁਸੀਂ ਅੰਦਾਜ਼ਾ ਕਰ ਲਓ ਕਿ ਹਾਲਾਤ ਸਾਡੇ ਕੀ ਨੇ ਤੇ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ। ਇਹ ਤੇ ਤੁਸੀਂ ਅੰਦਾਜ਼ਾ ਕਰੋ ਕਿ ਮੌਲਾਨਾ ਫਜ਼ਲ ਰਹਿਮਾਨ ਵੀ ਜਿਹੜੇ ਨੇ ਉਹ ਬੋਲੇ ਨੇ, ਲੇਕਿਨ ਮੌਲਾਨਾ ਫਜ਼ਲ ਰਹਿਮਾਨ ਇਸ ਹਕੂਮਤ ਦੇ ਉਨੇ ਹੀ ਸਹੂਲਤਕਾਰ ਨੇ। ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਕਿ 26ਵੀਂ ਆਈਨੀ ਤਰਮੀਮ ਦੇ ਵਿੱਚ ਮੌਲਾਨਾ ਫਜ਼ਲ ਰਹਿਮਾਨ ਨੇ ਜਿਹੜੀ ਸਹੂਲਤਕਾਰੀ ਕੀਤੀ, ਫਿਰ ਉਸ ਤੋਂ ਬਾਅਦ ਆਪਣੀ ਮਰਜ਼ੀ ਨਾਲ ਜਿਹੜੇ ਜੱਜ ਲਾਏ ਗਏ, ਫਿਰ ਜਿਸ ਤਰ੍ਹਾਂ ਅਦਾਲਤਾਂ ਨੂੰ ਪੈਕ ਕੀਤਾ ਗਿਆ। ਅੱਜ ਤੁਸੀਂ ਦੇਖ ਲਓ ਕਿ ਪੀਟੀਆਈ ਦੇ ਲੋਕਾਂ ਨੂੰ ਨਹਿਲ ਕਰਾਰ ਦਵਾ ਕੇ ਤੇ ਹੁਕੂਮਤ ਨੂੰ 2/3 ਅਕਸਰੀਅਤ ਸਾਰੀਆਂ ਜਮਾਤਾਂ ਨੂੰ ਪਾ ਕੇ ਦਵਾ ਦਿੱਤੀ ਹੈ ਤੇ ਹੁਣ ਨਾਲ ਜਿਹੜਾ ਦੇ ਰੋਂਦੇ ਵੀ ਪਏ ਨੇ। ਤੇ ਇਹ ਅਜੀਬ ਜੀ ਗੱਲ ਹੈ ਕਿ ਰੋਂਦੇ ਵੀ ਉਹ ਨਾਲ, ਤੇ ਵੀ ਰੋਂਦੇ ਕਿਉਂ? ਤੁਹਾਡੀ ਸ਼ਕਲ ਹੀ ਐਸੀ ਹੈ। ਉਹ ਪੰਜਾਬੀ ਦੀ ਇੱਕ ਮਿਸਾਲ ਹੈ ਨਾ, ਰੋਂਦੇ ਕਿਉਂ? ਕਹਿੰਦੇ ਸਾਡੀ ਸ਼ਕਲ ਹੀ ਐਸੀ ਹੈ। ਤੇ ਇਹਨਾਂ ਦਾ ਰੌਲਾ ਇਹ ਬਣ ਗਿਆ ਹੈ ਕਿ ਸਾਰੇ ਕੰਮ ਕਰਦੇ ਨੇ ਤੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ। ਅੰਦਰੋਂ ਇੱਕੋ ਹੀ ਨੇ, ਖਿਚੜੀ ਇੱਕੋ ਹੀ ਨੇ, ਇਹ ਇੱਕੋ ਹੀ ਸਿੱਕੇ ਦੇ ਸਾਰੇ ਰੁਕ ਨੇ। ਐਸੇ ਲਈ ਤੇ ਇਮਰਾਨ ਖਾਨ ਨੂੰ ਚੁਭਦਾ ਹੈ। ਇਹਨਾਂ ਨੇ ਮੌਲਾਨਾ ਫਜ਼ਲ ਰਹਿਮਾਨ ਨੇ ਆਖਿਆ ਕਿ ਹਕੂਮਤ ਜਦੋਂ ਚਾਹੇ ਬਗੈਰ ਪੁੱਛੇ ਕਿਸੇ ਨੂੰ ਗ੍ਰਿਫਤਾਰ ਕਰ ਸਕਦੀ ਹੈ ਤੇ ਉਹ ਸ਼ਖਸ ਆਪਣੀ ਬੇਗੁਨਾਹੀ ਵੀ ਆਪੀ ਨੂੰ ਸਾਬਤ ਕਰਨੀ ਹੋਏਗੀ। ਤੇ ਮੌਲਾਨਾ ਹੁਣ ਤੇ ਤੁਹਾਨੂੰ ਮਜ਼ਾ ਤੇ ਐਸ ਹੈਗਾ ਏ ਕਿ ਤੁਹਾਡੇ ਲੋਕ ਚੁੱਕੇ ਜਾਣ, ਤੁਹਾਨੂੰ ਲੱਗੇ ਪਤਾ ਤੁਹਾਡੀਆਂ ਜਿਹੜੀਆਂ ਹਕੂਮਤ ਵਿੱਚ ਬੈਠੀਆਂ ਜਮਾਤਾਂ ਨੇ ਇਹਨਾਂ ਨੂੰ ਪੁੰਨਿਆ ਜਾਏ। ਬਣਾਇਆ ਤੇ ਪੀਟੀਆਈ ਇੱਥੇ ਕਾਨੂੰਨ ਗਿਆ ਹੈ, ਲੇਕਿਨ ਪੁੰਨਿਆ ਤੁਹਾਨੂੰ ਜਾਏਗਾ ਤੇ ਤੁਹਾਨੂੰ ਸਕੂਨ ਮਿਲੇਗਾ। ਤੇ ਦੂਜੀ ਜਾਨਬ ਜਿਹੜੇ ਨੇ ਉਹ ਪੀਟੀਆਈ ਦੇ ਵੀ ਜਿਹੜੇ ਲੋਕ ਨੇ ਉਹ ਬੜੇ ਅਜੀਬੋ ਗਰੀਬ ਹੀ ਕੰਮ ਪਾਈ ਜਾਣ ਡੇ ਨੇ। ਇੱਕ ਪਾਸੇ ਆਪਰੇਸ਼ਨ ਹੋ ਰਿਹਾ ਵੇ ਤੇ ਆਪਰੇਸ਼ਨ ਦੇ ਵਿੱਚ ਹਕੂਮਤ KPK ਦੀ ਕਰ ਕੁਛ ਨਹੀਂ ਰਹੀ ਤੇ ਬਿਆਨ ਦੇਈ ਜਾ ਰਹੇ ਨੇ। ਜੁਨੈਦ ਅਕਬਰ ਕਹਿੰਦੇ ਨੇ, ਜੁਨੈਦ ਅਕਬਰ ਸਾਹਿਬ ਫਰਮਾਉਂਦੇ ਨੇ ਕਿ ਕਦੀ ਵੀ ਤਾਲਿਬਾਨ ਨੂੰ ਸਪੋਰਟ ਕੀਤਾ ਨਾ ਇੰਨਾ ਕਰਾਂਗੇ, ਲੇਕਿਨ KP ਹਕੂਮਤ ਆਪਰੇਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਨਹੀਂ ਦਿੱਤੀ ਤੇ ਭਾਵੇਂ ਆਪਰੇਸ਼ਨ ਕਿਵੇਂ ਹੋ ਗਿਆ? ਤੇ ਤੁਸੀਂ ਬੈਠੇ ਕੀ ਲੈਣ ਹੋ? ਸਵਾਲ ਹੈ ਨਾ ਇੱਕ। ਫਿਰ ਤੁਸੀਂ ਬੈਠੇ ਹੀ ਹੋ ਅਗਰ, ਤੇ ਜਿਹੜੇ ਲੋਕ ਉੱਥੋਂ ਬਾਹਰ ਨਿਕਲ ਕੇ ਆ ਰਹੇ ਨੇ, ਜਿਹੜੇ ਆਪਣੇ ਘਰ-ਬਾਰ ਖਾਲੀ ਕਰਕੇ ਉਹਨਾਂ ਨੂੰ ਰੋਟੀ ਪਾਣੀ ਕਿੰਨੇ ਦੇਣਾ? ਤੁਹਾਡੀ ਜ਼ਿੰਮੇਵਾਰੀ ਹੈ। ਉਹ ਲੋਕ ਰੋਟੀ ਪਾਣੀ ਨੂੰ ਤਰਸਣ ਦੇ ਨੇ ਤੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਮੂੰਹ ਦੇਖਣ ਦੇ ਹੋ, ਤੁਸੀਂ ਠੱਠੇ ਵਜਾਣ ਦੇ ਹੋ, ਤੁਸੀਂ ਯਾਸ਼ੀ ਕਰਦੇ ਪਏ ਹੋ। ਤੁਹਾਡਾ ਲੀਡਰ ਜੇਲ੍ਹ ਵਿੱਚ, ਤੁਸੀਂ ਤਾਂ ਯਾਸ਼ੀ ਕਰਦੇ ਪਏ ਹੋ। ਤੁਹਾਡਾ ਲੀਡਰ ਕਾਲ ਦਿੰਦਾ, ਤੁਸੀਂ ਅਡਿਆਲਾ ਜੇਲ੍ਹ ਦੇ ਬਾਹਰ ਨਹੀਂ ਜਾ ਸਕਦੇ। ਤੁਹਾਡੇ ਤੇ ਜਿਹਨੂੰ ਕਹਿੰਦੇ ਨੇ ਪੰਜਾਬੀ ਵਿੱਚ ਤੁਹਾਡੀਆਂ ਤੇ ਲੱਤਾਂ ਕੰਬਣ ਨਹੀਂ ਆਣ, ਲੇਕਿਨ ਤੁਸੀਂ ਆਪਣਾ ਪੂਰਾ ਕੰਮ ਚੁੱਕ ਕੇ ਰੱਖਿਆ ਹੈ। ਨਾ ਤੁਸੀਂ ਆਪਣੀ KPK ਦੀ ਆਵਾਮ ਦੇ ਨਾਲ ਹੋ, ਨਾ ਤੁਸੀਂ ਆਪਣੇ ਲੀਡਰ ਦੇ ਨਾਲ ਹੋ। ਤੁਸੀਂ 1% ਵੀ ਕੰਮ ਨਹੀਂ ਕੀਤਾ, ਵਰਨਾ ਤੁਹਾਡੀ ਸੂਬੇ 'ਚ ਹਕੂਮਤ ਸੀ। ਤੁਹਾਡੇ ਤੇ ਸਾਰੇ ਜਿਹੜੇ ਮੈਂਬਰ ਹੈਗੇ ਨੇ ਪਾਰਲੀਮੈਂਟ ਦੇ, ਜਿਹੜੇ ਸੂਬਾਈ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਨੂੰ ਤੇ ਹਰ ਪੇਸ਼ੀ ਤੇ ਡਾਲਾ ਜੇਲ੍ਹ ਆਉਣਾ ਚਾਹੀਦਾ ਤਾਂ ਕਿ ਇਮਰਾਨ ਖਾਨ ਨਾਲ ਮੁਲਾਕਾਤ ਕਰਾਈਆਂ ਜਾ ਸਕਣ। ਕਦੀ ਅੱਜ ਤੱਕ ਪਾਕਿਸਤਾਨ ਦੀ ਤਾਰੀਖ ਵਿੱਚ ਹੋਇਆ ਕਿ ਕਿਸੇ ਸਿਆਸੀ ਲੀਡਰ ਨੂੰ ਮੁਲਾਕਾਤਾਂ ਦੀ ਇਜਾਜ਼ਤ ਨਾ ਮਿਲੀ ਹੋਵੇ? ਲੇਕਿਨ ਤੁਹਾਡੀ ਬੇਸ਼ਰਮੀ, ਤੁਹਾਡੀ ਹਟਦਰਮੀ ਦੀ ਵਜ੍ਹਾ ਨਾਲ ਸਾਰਾ ਕੁਝ ਹੋ ਰਿਹਾ ਹੈ। ਔਰ ਇੱਕ ਹੋਰ ਤੁਹਾਨੂੰ ਖਬਰ ਦੇ ਦਿਆਂ ਕਿ ਗਜ਼ਾ ਦੇ ਵਿੱਚ ਜਿਹੜੀ ਹੈ ਬੇਸ਼ਰਮੀ ਔਰ ਬੇਗੈਰਤੀ ਜਿਹੜੀ ਹੈ ਇਸਰਾਈਲ ਨੇ ਮਚਾਈ ਹੈ, ਔਰ ਅਕਵਾਮ ਮੁਤੱਹਿਦਾ ਨੇ ਵੀ ਤਸਦੀਕ ਕਰ ਦਿੱਤੀ ਹੈ। ਗਜ਼ਾ ਦੇ ਵਿੱਚ ਜਿਹੜੀ ਬੇਗੈਰਤੀ ਹੈ, ਫਲਸਤੀਨੀਆਂ ਦੇ ਨਾਲ ਜਿਨਸੀ ਜ਼ਿਆਦਤੀ ਦਾ ਜਿਹੜਾ ਹੈ ਇੰਕਸ਼ਾਫ ਹੋਇਆ ਹੈ। ਔਰ ਅਕਵਾਮ ਮੁਤੱਹਿਦਾ ਨੇ ਕਿਹਾ ਹੈ ਕਿ ਇਸਰਾਈਲੀ ਫੌਜ ਦੀ ਨਿਗਰਾਨੀ ਕੀਤੀ ਹੈ, ਫਲਸਤੀਨੀਆਂ ਨਾਲ ਜਿਨਸੀ ਜ਼ਿਆਦਤੀ ਕਰਨ ਦੇ ਨੇ। ਇਸਰਾਈਲੀ ਫੌਜ ਜਿਹੜੀ ਹੈ ਉਹ ਫਲਸਤੀਨੀ ਕੈਦੀਆਂ ਦੇ ਨਾਲ ਬਦਫੇਲੀ ਦੇ ਮੁਤੱਦਦ ਵਾਕਿਆਤ ਦੇ ਜਿਹੜੇ ਨਾ ਕਹਿੰਦੇ ਨੇ ਠੋਸ ਸਬੂਤ ਮੌਜੂਦ ਨੇ। ਦੁਨੀਆ ਨੇ ਅੱਖਾਂ ਮੀਟੀਆਂ ਨੇ, ਬਲਕਿ ਖਾਸ ਕਰ ਮੁਸਲਮਾਨ ਮੁਲਕਾਂ ਨੇ। ਬਾਕੀ ਤੇ ਆਸਟ੍ਰੇਲੀਆ ਵੀ ਜਾਗ ਪਿਆ, ਜਾਪਾਨ ਨਿਕਲ ਆਇਆ, ਨਿਊਜ਼ੀਲੈਂਡ ਦੇ ਲੋਕ ਨਿਕਲ ਆਏ। ਨਹੀਂ ਤੇ ਕਿਸੇ ਮੁਸਲਮਾਨ ਮੁਲਕ ਹੀ ਦੇਖ ਲਓ, ਝੰਡਾ ਚੁੱਕਣ ਦੀ ਤਾਂ ਫਲਸਤੀਨ ਦੀ ਇਜਾਜ਼ਤ ਨਹੀਂ ਜੇ। ਤੇ ਇਹ ਤੇ ਸਾਡੇ ਹਾਲਾਤ ਨੇ ਕਿ ਮੁਸਲਮਾਨ ਮੁਲਕ ਜਿਹੜੇ ਨੇ ਉਹ ਧਨੀਆ ਪੀ ਕੇ ਸੁੱਤੇ ਪਏ ਨੇ ਤੇ ਬਾਕੀ ਜਿਹੜੇ ਨੇ ਉਹ ਇਤਜਾਜ ਕਰਦੇ ਪਏ ਨੇ, ਉਹਨਾਂ ਨੂੰ ਹੋਲ ਉੱਠਣ ਦੇ ਨੇ, ਲੇਕਿਨ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ। ਤੇ ਜਿੰਨੀ ਦੇਰ ਤੱਕ ਸ਼ਰਮ ਕਰਨਗੇ ਉਨੀ ਦੇਰ ਤੱਕ ਇਹਨਾਂ ਦੀ ਆਪਣੀ ਵਾਰੀ ਆ ਚੁੱਕੀ ਹੋਣੀ ਜੇ। ਅੱਜ ਇਹ ਗੱਲ ਲਿਖ ਕੇ ਰੱਖ ਲਓ। ਤੇ ਐਂਡ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਯੂਕਰੇਨ ਦਾ ਦਿਫਾਅ ਜਿਹੜਾ ਨਾ ਰੂਸ ਨੇ ਤੋੜ ਭੰਨ ਦਿੱਤਾ ਜੀ। रूस ने जड़ा बड़ा भुड़कते सन ना यूरोप वाले भी तो सारे कि यूक्रेन ਨੂੰ ਅੱਗੇ ਲਾਇਆ ਸੀ ਅਮਰੀਕਾ ਨੇ ਵੀ,
ਤੇ ਦੇ ਤੜਾ ਤੜਾ ਸਲਾਹ ਦੇਣ ਦੇ ਸਨ। ਤੇ ਰੂਸ ਨੇ ਥਕਾ ਕੇ ਨਾ ਅੱਜ ਦਫਾ ਵੀ ਤੋੜ ਦਿੱਤਾ ਹੈ। ਰੂਸੀ ਫੌਜ ਜਿਹੜੀ ਹੈ 10 ਕਿਲੋਮੀਟਰ ਅੰਦਰ ਵੜ ਗਈ ਹੈ। ਰੂਸੀ ਫੌਜ ਜਿਹੜੀ ਹੈ ਉਹਨਾਂ ਨੇ ਪੇਸ਼ਕਦਮੀ ਜਾਰੀ ਰੱਖਦੇ ਆਇਆ ਸ਼ਗਾਫ ਪਾ ਦਿੱਤਾ ਹੈ। ਔਰ ਮਾਹਿਰੀਨ ਦਾ ਇਹ ਕਹਿਣਾ ਵੇ ਕਿ ਅਮਰੀਕੀ ਤੇ ਰੂਸੀ ਸਦਰ ਦੀ ਜਿਹੜੀ ਮੁਲਾਕਾਤ ਹੋਣੀ ਹੈ ਉਸ ਤੋਂ ਪਹਿਲੇ ਇਹ ਦਬਾਓ ਰੂਸ ਨੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹਾਲਾਤ ਨੇ ਕਿ ਰੂਸ ਦੇਖੋ ਕਿ ਸਾਰੇ ਮੁਲਕ ਇੱਕ ਤਰਫ ਨੇ, ਲੇਕਿਨ ਰੂਸ ਨੇ ਮਰਦੇ ਮੁਜਾਹਿਦ ਹੋਣ ਦਾ ਸਬੂਤ ਦਿੱਤਾ, ਫਿਰ ਉਹਨਾਂ ਨੇ ਤੁੰਨ ਕੇ ਰੱਖਿਆ ਹੈ। ਤੇ ਆਖਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਹੋਰ ਕਿ ਹਕੂਮਤ ਕੋ ਹੋਰ ਕੁਝ ਨਹੀਂ ਬਣਦਾ ਪਿਆ। ਹੁਣ ਇਹਨਾਂ ਨੇ ਕੁੱਤੇ ਤੇ ਘੋੜਿਆਂ ਦਾ ਫੈਸਲਾ ਕਰ ਲਿਆ ਹੈ। ਹਕੂਮਤ ਨੇ ਕੁੱਤੇ ਤੇ ਘੋੜਿਆਂ ਦਾ ਫੈਸਲਾ ਕੀ ਕੀਤਾ ਹੈ? ਹਕੂਮਤ ਦਾ ਮੁਜ਼ਾਹਰਿਆਂ ਨੂੰ ਰੋਕਣ ਵਾਸਤੇ ਕੁੱਤੇ ਤੇ ਘੋੜੇ ਖਰੀਦਣ ਦਾ ਫੈਸਲਾ ਹੈ। ਕੁੱਤੇ ਤੇ ਘੋੜੇ ਦੇ ਬੱਚੇ ਜਿਹੜੇ ਨੇ ਨਾ ਉਹ ਮਾਹਰ ਜਿਹੜੇ ਨੇ ਨਾ ਉਹਨਾਂ ਕੋਲੋਂ ਉਹਨਾਂ ਦੀ ਤਰਬੀਅਤ ਕਰਵਾਈ ਜਾਏਗੀ ਤੇ ਇਤਜਾਜਾਂ ਤੇ ਧਰਨਿਆਂ ਦੇ ਦੌਰਾਨ ਸੂਰਤ ਹਾਲ ਨੂੰ ਦੇਖਦੇ ਆਇਆ ਘੋੜੇ ਤੇ ਕੁੱਤਿਆਂ ਨੂੰ ਇਸਤੇਮਾਲ ਕੀਤਾ ਜਾਏਗਾ। ਹਾਲਾਂਕਿ ਪੁਲਿਸ ਨੂੰ ਇਹਨਾਂ ਨੇ ਇੰਨੇ ਇਖਤਿਆਰਾਤ ਦਿੱਤੇ ਨੇ, ਲੇਕਿਨ ਇਸ ਦੇ ਬਾਵਜੂਦ ਇਹ ਕੁਛ ਇਹਨਾਂ ਦੇ ਕੰਟਰੋਲ ਵਿੱਚ ਨਹੀਂ ਆ ਰਿਹਾ। ਇਹ ਜਿਹੜਾ ਇਜਲਾਸ ਹੈ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਡਾਕਟਰ ਉਸਮਾਨ ਅਨਵਰ ਦੀ ਜ਼ੇਰੇ ਸਦਾਰਤ ਹੋਇਆ ਜੇ ਤੇ ਉਹ ਇਜਲਾਸ ਦੇ ਵਿੱਚ ਰੇਂਜਰਸ ਦੇ ਅਜ਼ਲਾ ਦੇ ਰਾਈਟ ਮੈਨੇਜਮੈਂਟ ਤੇ ਪੁਲਿਸ ਦੀ ਹਿਊਮਨ ਰਿਸੋਰਸ ਤੇ ਇਨਫਰਾਸਟ੍ਰਕਚਰ ਦੇ ਜਿਹੜੇ ਨੇ ਨਾ ਅਮੂਰ ਉਹ ਵੀ ਜ਼ੇਰੇ ਗੌਰ ਆਏ ਨੇ ਤੇ ਉਹਦੇ ਵਿੱਚ ਜਿਹੜਾ ਵੀ ਫੈਸਲਾ ਗੌਰ ਕੀਤਾ ਗਿਆ ਇਸ ਕੰਮ ਤੇ। ਹੁਣ ਬਾਕੀ ਦੇਖੋ ਕਿ ਅੱਲਾ ਦੀ ਕਰਨੀ ਕੀ ਹੈ ਕਿ ਹੁਣ ਕੁੱਤੇ ਤੇ ਘੋੜੇ ਜਿਹੜੇ ਨੇ ਨਾ ਉਹ ਰਹਿ ਗਏ ਸਨ, ਹੁਣ ਉਹਨਾਂ ਕੋਲ ਵੀ ਇਹਨਾਂ ਨੇ ਕੰਮ ਲੈਣਾ ਹੈ। ਤੇ ਇੱਕ ਪਾਸੇ ਕਹਿੰਦੇ ਨੇ ਕਿ ਪਾਕਿਸਤਾਨ ਬੜਾ ਗਰੀਬ ਮੁਲਕ ਹੈ ਔਰ ਆਪ ਹੀ ਇਕਰਾਰ ਕਰਦੇ ਨੇ ਕਿ 41,000 ਅਰਬ ਦਾ ਜਿਹੜਾ ਕਰਜ਼ਾ ਚੁੱਕ ਲਿਆ ਹੈ, ਲੇਕਿਨ ਗਰੀਬ ਨੂੰ ਦੇਣ ਵਾਸਤੇ ਇਹਨਾਂ ਨੂੰ ਕੁਛ ਨਹੀਂਗਾ। ਹੁਣ ਤੱਕ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾ।